ਉਸ ਦਿਨ ਐਤਵਾਰ ਸੀ। ਗਰਮੀ ਦਾ ਸਿਖਰ ਦੁਪਹਿਰਾ। ਛੁੱਟੀ ਹੋਣ ਕਰਕੇ ਉਹ ਘਰ ਹੀ ਸੀ। ਸਵੇਰੇ ਚਾਹ ਨਾਲ ਲੈ ਕੇ ਇੱਕ ਵੇਸਣੀ ਰੋਟੀ ਸਭ ਨੇ ਖਾਧੀ ਸੀ ਤੇ ਹੁਣ ਭੁੱਖ ਨਾਲ ਉਹਦਾ ਬੁਰਾ ਹਾਲ ਸੀ। ਉਹ ਮਾਂ ਨੂੰ ਉਡੀਕ ਰਿਹਾ ਸੀ ਕਦੋਂ ਉਹ ਆਵੇ ਤੇ ਕਦੋਂ ਉਹਨੂੰ ਰੋਟੀ ਮਿਲੇ। ਉਹ ਘਰ ਵਿੱਚ ਸਿਰਫ 3 ਜਣੇ ਸਨ। ਉਹਦੀ ਮਾਂ, ਉਹਦੀ ਘਰਵਾਲੀ, ਇੱਕ ਉਹ ਆਪ ਅਤੇ ਚੌਥਾ ਜੀ ਸੀ ਉਹਨਾਂ ਦਾ ਪੁੱਤਰ, ਜੋ ਕੇਵਲ 6-7 ਵਰ੍ਹਿਆਂ ਦਾ ਸੀ ਅਤੇ ਸਕੂਲ ਜਾਂਦਾ। ਉਸ ਦੀ ਘਰਵਾਲੀ ਨੇ ਰੋਟੀ ਪਕਾਈ ਸੀ ਅਤੇ ਦੋਵਾਂ ਮਾਂ ਪੁੱਤ ਨੇ ਖਾ ਲਈ ਸੀ। ਮੁੰਡਾ ਕਦੋਂ ਦਾ ਵਿਲਕੀ ਜਾਂਦਾ ਸੀ ਭੁੱਖਾ ਭਾਣਾ। ਸਿਆਣਾ ਬੰਦਾ ਤਾਂ ਕੱਟ ਲੈਂਦਾ ਹੈ, ਜਵਾਕ ਤੋਂ ਭੁੱਖ ਨਹੀਂ ਚੱਲੀ ਜਾਂਦੀ। ਮਾਂ ਜਾਂਦੀ ਹੋਈ ਆਖ ਗਈ ਸੀ ਕਿ ਉਹ ਵਿਆਹ ਵਾਲੇ ਘਰੋਂ ਰੋਟੀ ਲੈ ਕੇ ਆਵੇਗੀ। ਵਿਆਹ ਵਾਲੇ ਘਰ ਦੀ ਰੋਟੀ ਚੰਗੀ ਬਣੀ ਹੁੰਦੀ ਹੈ, ਉਹ ਉਹੀ ਰੋਟੀ ਖਾਵੇ। ਤਰਸੇਮ ਨੇ ਵੀ ਇਹੀ ਸੋਚਿਆ ਸੀ ਕਿ ਘਰ ਦੀ ਰੋਟੀ ਨਿੱਤ ਖਾਂਦੇ ਹਾਂ, ਅੱਜ ਵਿਆਹ ਦੀ ਖਾਵਾਂਗੇ। ਮੂੰਹ ਦਾ ਸਵਾਦ ਬਦਲ ਜਾਵੇਗਾ। ਆਲੂ ਪਕੌੜਿਆਂ ਦੀ ਤਿੱਖੀ ਸਬਜ਼ੀ ਹੋਵੇਗੀ, ਰੋਟੀਆਂ ਲੁਗ-ਲੁਗ ਕਰਦੀਆਂ ਅਤੇ ਲੱਡੂ ਜਲੇਬੀਆਂ ਵੀ। ਸਰਦਾਰਗੜ੍ਹ ਛੋਟਾ ਹੀ ਪਿੰਡ ਸੀ। ਛੋਟੀਆਂ-ਛੋਟੀਆਂ ਸਿਰਫ 5 ਪੱਤੀਆਂ ਸਨ। ਦੁੱਲੇ ਕੀ ਪੱਤੀ, ਬਾਸੋ ਕੀ ਪੱਤੀ, ਰੂੜੇ ਕੀ ਪੱਤੀ, ਦਿਆਲੇ ਕੀ ਪੱਤੀ ਅਤੇ ਨਰੈਣਾ ਪੱਤੀ। ਉਹਨਾਂ ਦਾ ਘਰ ਦੁੱਲੇ ਕੀ ਪੱਤੀ ਵਿੱਚ ਸੀ। ਉਹ ਜਾਤ ਦੇ ਬ੍ਰਾਹਮਣ ਸਨ। ਦੁੱਲੇ ਦੀ ਪੱਤੀ ਵਿੱਚ ਬ੍ਰਾਹਮਣਾਂ ਦਾ ਘਰ ਸਿਰਫ ਇੱਕੋ ਸੀ। ਇੱਕ ਘਰ ਤਰਖਾਣਾ ਦਾ ਸੀ ਅਤੇ ਇੱਕ ਘਰ ਦਰਜੀਆਂ ਦਾ। ਬਾਕੀ ਸਭ ਜੱਟ ਸਨ। ਜੱਟਾਂ ਦੇ ਤਾਂ 40 ਘਰ ਸਨ। ਇਹ ਸਾਰੇ ਜੱਟ ਘਰ ਤਰਸੇਮ ਕੇ ਜਜਮਾਨ ਸਨ। ਤਰਖਾਣ ਅਤੇ ਦਰਜੀ ਵੀ ਉਹਨਾਂ ਨੂੰ ਪੁਰੋਹਿਤ ਹੀ ਸਮਝਦੇ। ਪਿੰਡ ਵਿੱਚ ਇੱਕ ਪੂਰੀ ਪੱਤੀ ਰਾਮਦਾਸੀਆਂ ਦੀ ਸੀ। ਇਹਨੂੰ ਪੱਤੀ ਨਹੀਂ ਆਖਦੇ ਸਨ, ਰਾਮਦਾਸੀਆਂ ਵਿਹੜਾ ਬੋਲਦੇ। ਤਰਖਾਣ ਅਤੇ ਦਰਜੀ ਜੱਟਾਂ ਦੇ ਲਾਗੀ ਸਨ। ਹਰ ਘਰ ਦਾ ਵਗਾਰੀ ਹੁੰਦਾ। ਰਾਮਦਾਸੀਆਂ ਨੂੰ ਲਾਗੀ ਦੀ ਥਾਂ ਵਗਾਰੀ ਆਖਦੇ। ਅੰਦਰ ਗਤੀ ਬ੍ਰਾਹਮਣ ਵੀ ਉਹਨਾਂ ਦੇ ਲਾਗੀ ਹੀ ਸਨ। ਬਾਹਰੋਂ ਚਾਹੇ ਉਹਨਾਂ ਲਈ ਉਹ ਪੰਡਤ ਜੀ, ਦੇਵਤਾ ਜੀ, ਬਾਬਾ ਜਾਂ ਦਾਦਾ ਜੀ ਸਨ। ਵਿਆਹਾਂ ਵੇਲੇ ਲਾਗੀਆਂ ਨਾਲ ਜੱਟਾਂ ਦੇ ਰੌਲੇ ਪਏ ਰਹਿੰਦੇ, ਕਦੇ ਰੋਟੀ ਪਿੱਛੇ, ਕਦੇ ਪੈਸਿਆਂ ਕਰਕੇ। ਲਾਗੀ ਰੁੱਸ ਜਾਂਦੇ ਅਤੇ ਫੇਰ ਜੱਟ ਉਹਨਾਂ ਨੂੰ ਮਨਾ ਕੇ ਘਰੋਂ ਲਿਆਉਂਦੇ। ਅਖੀਰ ਇੱਕ ਦਿਨ ਜੱਟਾਂ ਦੀ ਪੰਚਾਇਤ ਨੇ ਜੁੜ ਕੇ ਫੈਸਲਾ ਕੀਤਾ ਕਿ ਵਿਆਹ ਤੋਂ 1 ਦਿਨ ਪਹਿਲਾਂ ਅਤੇ ਵਿਆਹ ਤੋਂ 1 ਦਿਨ ਬਾਅਦ ਅਤੇ ਵਿਆਹ ਵਾਲੇ ਦਿਨ ਦੋਵਾਂ ਵੇਲਿਆਂ ਦੀ ਰੋਟੀ ਲਾਗੀਆਂ ਨੂੰ ਦਿੱਤੀ ਜਾਵੇਗੀ। ਦਾਲ ਸਬਜ਼ੀ ਜੋ ਵੀ ਬਣੀ ਹੋਵੇ, 4 ਰੋਟੀਆਂ ਅਤੇ ਮਠਿਆਈ ਜੋ ਵੀ ਉਸ ਦਿਨ ਪਰੋਸੀ ਜਾਂਦੀ ਹੋਵੇ। ਮਠਿਆਈ ਨਹੀਂ ਤਾਂ ਖੀਰ ਕੜਾਹ ਹੁੰਦਾ। ਇਹ ਵੀ ਫੈਸਲਾ ਕੀਤਾ ਗਿਆ ਕਿ ਹਰ ਲਾਗੀ ਨੂੰ ਵਿਆਹ ਦੇ 6 ਰੁਪਏ ਲਾਗ ਦਿੱਤਾ ਜਾਵੇਗਾ। ਥਾਲੀ ਵਿੱਚ ਵਾਟੀ ਰੱਖ ਕੇ ਅਤੇ ਉੱਤੇ ਪੋਣਾ ਦੇ ਕੇ ਬੇਬੇ ਕਿੰਨਾ ਵੇਲਿਆਂ ਦੀ ਭਗਵਾਨ ਸੂਹ ਦੇ ਘਰ ਗਈ ਹੋਈ ਸੀ। ਤਰਸੇਮ ਉਹਨੂੰ ਉਡੀਕ ਅਕਲ ਕਾਣ ਹੋ ਗਿਆ। ਕੁੜੀ ਦਾ ਵਿਆਹ ਸੀ। ਕੁੜੀ ਕੱਲ ਤੁਰੀ ਸੀ। ਅੱਜ ਵਿਆਹ ਦਾ ਦੂਜਾ ਦਿਨ ਸੀ। ਸਾਰਾ ਮੇਲ ਗੇਲ ਉੱਥੇ ਹੀ ਸੀ। ਆਥਣ ਤੱਕ ਕੁੜੀ ਨੇ ਸਹੁਰਿਆਂ ਤੋਂ ਮੁੜ ਆਉਣਾ ਸੀ। ਤਰਸੇਮ ਦੁਪਹਿਰ ਦੀ ਰੋਟੀ ਖਾ ਕੇ ਐਤਵਾਰ ਵਾਲੇ ਦਿਨ 2 ਘੰਟਿਆਂ ਲਈ ਸੌਂ ਜਾਂਦਾ ਹੁੰਦਾ। ਉਹਨੂੰ ਤਾਂ ਨੀਂਦ ਵੀ ਆਉਣ ਲੱਗ ਪਈ ਸੀ। ਚਾਹੁੰਦਾ ਸੀ ਬੇਬੇ ਆਵੇ, ਉਹ ਰੋਟੀ ਖਾਵੇ ਅਤੇ ਸੌਂ ਜਾਵੇ। ਦਰਵਾਜ਼ੇ ਵਿੱਚ ਮੰਜਾ ਢਾ ਕੇ ਪਿਆ ਉਹ ਕੰਧਾਂ ਵੱਲ ਝਾਕਦਾ। ਕਦੇ ਛੱਤ ਦੀਆਂ ਕੜੀਆਂ ਗਿਣਨ ਲੱਗਦਾ, ਪਰ ਛੇਤੀ ਹੀ ਉਹਦੀ ਨਿਗਾਹ ਵੀਹੀ ਵੱਲ ਤੁਰ ਪੈਂਦੀ। ਗਲੀ ਦੇ ਮੋੜ ਉੱਤੇ ਉਹਦੀ ਬੇਬੇ ਦੇ ਪਚੱਕੇ ਪੈਂਦੇ। ਅੰਦਰ ਵਰਾਂਡੇ ਵਿੱਚ ਉਹਦੀ ਘਰਵਾਲੀ ਕੋਈ ਨਿੱਕਾ ਮੋਟਾ ਕੰਮ ਕਰ ਰਹੀ ਸੀ। ਮੁੰਡਾ ਨਰੇਸ਼ ਧਰਤੀ ਉੱਤੇ ਟਰੈਕਟਰ ਟਰਾਲੀ ਦੇ ਖਿਡੌਣੇ ਨਾਲ ਖੇਡ ਰਿਹਾ ਸੀ। ਉਹਦੇ ਮੂੰਹ ਤੋਂ ਧੁੱਕ-ਧੁੱਕ ਦੀ ਪਤਲੀ ਤਿੱਖੀ ਆਵਾਜ਼ ਨਿਕਲ ਰਹੀ ਸੀ। ਤਰਸੇਮ ਨੇ ਪਏ ਹੀ ਆਵਾਜ਼ ਮਾਰੀ, ਕੀ ਗੱਲ ਬੇਬੇ ਮੁੜੀ ਨਾ? ਕੀ ਆਖਿਆ? ਘਰਵਾਲੀ ਹਥਲਾ ਕੰਮ ਛੱਡ ਕੇ ਉਹਦੇ ਕੋਲ ਦਰਵਾਜ਼ੇ ਵਿੱਚ ਆ ਖੜੀ। ਬੇਬੇ, ਭੁੱਖ ਤਾਂ ਮਰੀ ਜਾਂਦੀ ਐ, ਫਿਰ ਹੁਣ ਕਿਹੜੇ ਵੇਲੇ ਖਾਵਾਂਗੇ ਰੋਟੀ? ਬਸ ਆਉਂਦੀ ਹੋਣੀ ਐ। ਕਿੰਨਾ ਚਿਰ ਤਾਂ ਹੋ ਗਿਆ, ਘੰਟੇ ਤੋਂ ਉੱਤੇ ਹੋ ਗਿਆ ਹੋਣਾ ਗਈ ਨੂੰ। ਤਰਸੇਮ ਨੇ ਆਪਣੀ ਘੜੀ ਵੱਲ ਦੇਖਿਆ। ਮੈਂ ਕਿਹਾ ਤਾਂ ਸੀ 2 ਰੋਟੀਆਂ ਹੋਰ ਲਾ ਦਿੰਨੀ ਆ, ਖਾ ਲੈਂਦੇ, ਪਰ ਤੁਸੀਂ ਕਹਿੰਦੇ ਵਿਆਹ ਵਾਲੀ ਖਾਣੀ ਐ। ਸੀਤੋ ਹੱਸਣ ਲੱਗੀ। ਸਬਜ਼ੀ ਕਾਹਦੀ ਬਣੀ ਐ? ਦਾਲ ਸਬਜ਼ੀ ਤਾਂ ਕੋਈ ਨਹੀਂ, ਅਸੀਂ ਤਾਂ ਹਰੇ ਗੰਢਿਆਂ ਦੀ ਚਟਣੀ ਰਗੜੀ ਸੀ। ਤੱਤੀਆਂ ਰੋਟੀਆਂ ਤੇ ਰੱਖ ਕੇ ਖਾ ਲਈ। ਦੋਵੇਂ ਮਾਂ ਪੁੱਤ ਨੇ। ਮੱਖਣੀ ਪਈ ਸੀ, ਬਲਾਈ ਸਵਾਦ ਲੱਗੀ ਰੋਟੀ। ਉੱਤੋਂ ਦੀ ਖੱਟੀ ਲੱਸੀ ਦੇ ਗਲਾਸ ਠੋਕ ਲਏ। ਚੱਕ ਮੇਰੇ ਭਾਈ। ਸੀਤੋ ਫੇਰ ਹੱਸੀ। ਤਰਸੇਮ ਦੇ ਮੂੰਹ ਵਿੱਚ ਪਾਣੀ ਆ ਗਿਆ। ਉਹ ਮੰਜੇ ਤੋਂ ਉੱਠਿਆ, ਜੋੜੇ ਪਾਏ, ਸਿਰ ਉੱਤੇ ਦੁਪੱਟਾ ਬੰਨਿਆ, ਦਰਵਾਜ਼ੇ ਵਿੱਚੋਂ ਬਾਹਰ ਹੋ ਗਿਆ। ਵੀਹੀ ਪਾਰ ਕਰਕੇ ਉਹ ਭਗਵਾਨ ਸੂਹ ਦੇ ਘਰ ਵੱਲ ਨੂੰ ਹੋ ਗਿਆ। ਨੇੜੇ ਹੀ ਸੀ।
ਗਲੀ ਦੇ ਮੋੜ ਤੋਂ 5-7 ਘਰ ਛੱਡ ਕੇ ਹੀ ਵਿਆਹ ਵਾਲੇ ਘਰ ਸਾਹਮਣੇ ਜੂਠ ਖਾਂਦੇ ਕੁੱਤੇ ਆਪਸ ਵਿੱਚ ਲੜ ਰਹੇ ਸਨ, ਭੌਂਕਦੇ, ਦੰਦੀਆਂ ਵੜਦੇ ਅਤੇ ਇੱਕ ਦੂਜੇ ਉੱਤੇ ਝਪਟ ਪੈਂਦੇ। ਬਾਹਰ ਰੋਕੀ ਖੜੇ ਸਨ ਲਾਗੀ। ਕੁੱਕਰ ਰਾਮਦਾਸੀਏ ਦੀ ਘਰਵਾਲੀ ਖੜੀ ਸੀ, ਤਖਾਣਾ ਦੀ ਜੈਕਰ ਅਤੇ ਦਰਜੀਆਂ ਦਾ ਬੁੜਾ ਆਸਾਸੂ। ਉੱਥੇ ਹੀ ਸੀ ਤਰਸੇਮ ਦੀ ਮਾਂ ਪ੍ਰਸਿੰਨੀ। ਉਹਨੇ ਦੇਖਿਆ ਉਹਦੀ ਮਾਂ ਭਗਵਾਨ ਸੂੰ ਦੇ ਵੱਡੇ ਮੁੰਡੇ ਜਰਨੈਲ ਦੀਆਂ ਲੇਲੜੀਆਂ ਜਿਹੀਆਂ ਕੱਢ ਰਹੀ ਸੀ। ਵੇ ਭਾਈ ਜੈਲਿਆ, ਸਾਡਾ ਮਾਸਟਰ ਤਾਂ ਤੜਕੇ ਦਾ ਭੁੱਖਾ ਬੈਠਾ ਹੈ, ਆਹ ਵੇਲਾ ਆ ਗਿਆ, ਰੋਟੀ ਲੈ ਕੇ ਜਾਊਂ ਤਾਂ ਕਿਤੇ ਜਾ ਕੇ ਖਾਊਓ, ਪਹਿਲਾਂ ਮੈਨੂੰ ਤੋਰ ਦੇ, ਫਿਰ ਜੋ ਮਰਜ਼ੀ ਕਰੀ ਜਾਇਓ। ਜਰਨੈਲ ਆਖ ਰਿਹਾ ਸੀ, ਅੰਮਾ ਬਿੰਦ ਜਰਿਆਂਦ ਕਰ, ਪਹਿਲਾਂ ਮੇਲ ਗਿਲ ਖਾ ਲਵੇ, ਤੁਹਾਨੂੰ ਸਭ ਨੂੰ ਫੇਰ ਦੇਵਾਂਗੇ ਰੋਟੀ। ਵੇ ਭਾਈ, ਮੈਂ ਤਾਂ ਖੜੀ ਵੀ ਥੱਕ ਗਈ, ਮੇਰੀਆਂ ਤਾਂ ਟੰਗਾਂ ਝਰਨ ਕਰੀ ਜਾਂਦੀਆਂ ਨੇ, ਵਿੱਚੇ ਮੇਲ ਗੇਲ ਖਾਈ ਜਾਊ, ਸਾਨੂੰ ਵੀ ਤੋਰੋ ਪਰਾਂ। ਕਾਲ ਨਾ ਕਰ ਅੰਮਾ, ਥੱਕ ਗਈ ਤਾਂ ਫੇਰ ਆ ਜੀ, ਜਾ ਘਰ ਦਾ ਗੇੜਾ ਮਾਰਿਆ ਇੱਕ, ਕਹਿ ਕੇ ਉਹ ਵਿਹੜੇ ਵੱਲ ਤੁਰ ਗਿਆ। ਇੰਨੇ ਨੂੰ ਪਰਲੇ ਅਗਵਾੜ ਤੋਂ ਮਿਰਾਸੀ ਮਤਹਿਰਾ ਲੈ ਕੇ ਆ ਖੜੇ। ਬੁੱਢਾ ਬੋਲ ਰਿਹਾ ਸੀ, ਅੱਲਾ ਖੈਰ, ਪਰਬਾ ਦੀ ਖੈਰ, ਪਰਮਾਤਮਾ ਵਧਾਵੇ, ਬਣੇ ਰਹੋ। ਉਹਦਾ ਛੋਟੀ ਉਮਰ ਦਾ ਮੁੰਡਾ ਮਗਰ ਬੋਲਣ ਲੱਗਿਆ, ਅੱਲਾ ਖੈਰ, ਪਰਬਾ ਦੀ ਖੈਰ, ਪਰਮਾਤਮਾ ਵਧਾਵੇ, ਬਣੇ ਰਹੋ। ਆਸਾ ਸੂ ਦਰਜੀ ਹੱਸਣ ਲੱਗ ਪਿਆ, ਸਾਨੂੰ ਤਾਂ ਮਿਲੀ ਨਹੀਂ ਰੋਟੀ, ਅਸਾਂ ਤਾਂ ਖੜੇ ਆਂ ਕਦੋਂ ਦੇ, ਤੁਹਾਨੂੰ ਕਿਹੜਾ ਪਰੋਸੂ ਬਈ ਥਾਲੀਆਂ। ਮਰਾਸੀ ਨੇ ਜਵਾਬ ਦਿੱਤਾ, ਅੱਲਾ ਖੈਰ, ਇਸ ਵਾਰ ਦੀ, ਅੱਲਾ ਖੈਰ। ਉੱਤੇ ਸਾਰੇ ਲਾਗੀ ਮੁਸਕੜੀਆਂ ਹੱਸਣ ਲੱਗੇ। ਬਿੰਦ ਦੀ ਬਿੰਦ ਜਿਵੇਂ ਸਾਰਿਆਂ ਦਾ ਥਕੇਵਾਂ ਉਤਰ ਗਿਆ ਹੋਵੇ। ਤਰਸੇਮ ਨੂੰ ਕਚਿਆਣ ਆਈ। ਭਗਵਾਨ ਸੂੰ ਦੇ ਬਾਰ ਅੱਗੇ ਖੜਾ ਜਿਵੇਂ ਉਹ ਆਪ ਵੀ ਕੋਈ ਲਾਗੀ ਤੱਥੀ ਹੋਵੇ। ਉਹ MA B.Ed ਮਾਸਟਰ ਸੀ। ਪਿੰਡ ਤੋਂ 5 ਮੀਲ ਦੂਰ ਹਾਈ ਸਕੂਲ ਵਿੱਚ ਪੜ੍ਹਾਉਂਦਾ ਸੀ। ਸਾਈਕਲ ਉੱਤੇ ਨਿੱਤ ਆਉਣ ਜਾਣ ਸੀ। ਬਚਪਨ ਵਿੱਚ ਉਹਨੂੰ ਉਹਦੇ ਇੱਕ ਪ੍ਰਾਇਮਰੀ ਅਧਿਆਪਕ ਤੋਂ ਸਿੱਖਿਆ ਮਿਲੀ ਸੀ ਕਿ ਦੇਵਤੇ ਅਤੇ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਮਨੁੱਖ ਕਿਸੇ ਰੁੱਖ ਵਾਂਗ ਜੰਮਦਾ ਹੈ, ਜਿੰਨਾ ਚਿਰ ਉਹਨੂੰ ਸਹੀ ਖੁਰਾਕ ਮਿਲਦੀ ਰਹਿੰਦੀ ਹੈ ਉਹ ਜਿਉਂਦਾ ਰਹਿੰਦਾ ਹੈ। ਜਿਵੇਂ ਜੜ੍ਹਾਂ ਸੁੱਕ ਜਾਣ ਉੱਤੇ ਰੁੱਖ ਡਿੱਗ ਪੈਂਦਾ ਹੈ ਜਾਂ ਖੜਾ ਹੀ ਸੁੱਕ ਜਾਂਦਾ ਹੈ, ਇਵੇਂ ਹੀ ਮਨੁੱਖੀ ਸਰੀਰ ਹੈ। ਮਨੁੱਖ ਨਾ ਕਿਧਰੋਂ ਆਉਂਦਾ ਹੈ, ਨਾ ਮੌਤ ਬਾਅਦ ਕਿਧਰੇ ਜਾਂਦਾ ਹੈ। ਇੱਥੇ ਹੀ ਪੈਦਾ ਹੋ ਕੇ ਇੱਥੇ ਹੀ ਮਰ ਜਾਂਦਾ ਹੈ। ਤਰਸੇਮ ਜਦੋਂ ਵੱਡਾ ਹੋਇਆ ਅਤੇ BA ਕਰ ਗਿਆ ਤਾਂ ਉਹਨੂੰ ਹੋਰ ਦੀ ਸੋਝੀ ਆਈ। ਉਹਨੇ ਮਾਰਕਸਵਾਦ ਦਾ ਅਧਿਐਨ ਵੀ ਕੀਤਾ, ਮਨੁੱਖ ਦੇ ਸੱਭਿਆਚਾਰਕ ਇਤਿਹਾਸ ਬਾਰੇ ਜਾਣਿਆ, ਧਰਮਾਂ ਬਾਰੇ ਉਹਨੂੰ ਚਾਨਣ ਹੋਇਆ। ਭਗਤ ਸਿੰਘ ਦੀ ਕਿਤਾਬ ਮੈਂ ਨਾਸਤਕ ਕਿਉਂ ਹਾਂ ਨੇ ਉਹਦੇ ਕਵਾੜ ਖੋਲ੍ਹ ਦਿੱਤੇ। ਫੇਰ ਤਾਂ ਉਹ ਰੱਬ ਦੀ ਹੋਂਦ ਤੋਂ ਵੀ ਮੁਨਕਰ ਹੋ ਗਿਆ, ਪੱਕਾ ਨਾਸਤਕ। ਇਹ ਜਜਮਾਨੀ ਪ੍ਰੋਤੀ ਉਹਨੂੰ ਨਿਰਮੂਲ ਲੱਗਦੀ। ਜੱਟਾਂ ਦੇ ਪਖੰਡ ਵੀ ਉਹਨੂੰ ਸਮਝ ਵਿੱਚ ਆਉਣ ਲੱਗੇ। ਜੱਟ ਉੱਤੋਂ ਤਾਂ ਉਹਨੂੰ ਮਹਾਰਾਜ ਬੁਲਾਉਂਦੇ, ਵਿੱਚੋਂ ਲਾਗੀ ਸਮਝਦੇ। ਮੰਗ ਖਾਣੀ ਜਾਤ ਆਖਦੇ। ਬਾਹਮਣ ਤੇ ਝੋਟਾ ਤੜਕੇ ਮੱਥੇ ਲੱਗਿਆ ਮਾੜਾ ਗਿਣਦੇ। ਬਾਹਮਣਾਂ ਦੇ ਘਰ ਨੂੰ ਦਾਨ ਪੁੰਨ ਦੀਆਂ ਚੀਜ਼ਾਂ ਦੇ ਕੇ ਆਪਣੇ ਪਾਪ ਬਖਸ਼ਾਉਂਦੇ, ਗ੍ਰਹਿ ਟਾਲਦੇ। ਤਰਸੇਮ ਇਹ ਸਭ ਸਮਝਦਾ ਸੀ ਅਤੇ ਇਸ ਸਭ ਕਾਸੇ ਨੂੰ ਨਫ਼ਰਤ ਕਰਦਾ ਸੀ। ਤੂੰ ਅਨਪੜ੍ਹ ਸੀ, ਨੂੰਹ ਸੱਸ ਦੀ ਚੰਗੀ ਬਣਦੀ। ਉਹ ਜਜਮਾਨਾਂ ਦੇ ਘਰਾਂ ਨੂੰ ਆਪਣੀ ਜਾਇਦਾਦ ਸਮਝਦੀਆਂ। ਤਰਸੇਮ ਕਿੰਨੀ ਵਾਰ ਮਾਂ ਨੂੰ ਵਰਜ ਚੁੱਕਿਆ ਸੀ, ਸੀਤੋ ਨੂੰ ਕਿੰਨੀ ਵਾਰ ਝੜਕ ਚੁੱਕਿਆ ਸੀ, ਪਰ ਉਹ ਜੱਟਾਂ ਦੇ ਘਰਾਂ ਦਾ ਦਾਨ ਪੁੰਨ ਲੈਣੋਂ ਹਟਦੀਆਂ ਨਹੀਂ ਸਨ। ਤਰਸੇਮ ਥੱਕ ਹਾਰ ਗਿਆ, ਉਹਦੀ ਕੋਈ ਨਹੀਂ ਮੰਨਦਾ ਸੀ। ਨੂੰਹ ਸੱਸ ਆਪਣੀ ਗੱਲ ਪਗਾਉਂਦੀਆਂ। ਤਰਸੇਮ ਦਾ ਜਦੋਂ ਵਿਆਹ ਹੋਇਆ ਉਹ ਸਿਰਫ 10ਵੀਂ ਪਾਸ ਸੀ। ਵਿਆਹ ਤੋਂ ਬਾਅਦ ਹੀ ਉਹਨੇ JBT ਕੀਤੀ ਅਤੇ ਪ੍ਰਾਇਮਰੀ ਮਾਸਟਰ ਲੱਗ ਗਿਆ। ਫਿਰ FA BA ਪ੍ਰਾਈਵੇਟ ਕੀਤੀ, B.Ed ਵੀ ਕਰ ਲਈ ਅਤੇ ਫਿਰ MA ਪੋਲੀਟੀਕਲ ਸਾਇੰਸ ਵੀ ਕਰ ਗਿਆ। ਉਹਦੀ ਤਨਖਾਹ ਨਾਲ ਘਰ ਦਾ ਚੰਗਾ ਗੁਜ਼ਾਰਾ ਚੱਲਦਾ। 3 ਤਾਂ ਜੀ ਸਨ, ਚੌਥਾ ਸੁਰੇਸ਼। ਨੂੰਹ ਸੱਸ ਜੇ ਜੱਟਾਂ ਦੀ ਜਜਮਾਨੀ ਪ੍ਰੋਤੀ ਨਾ ਕਰਦੀਆਂ ਤਾਂ ਵੀ ਸਰ ਸਕਦਾ ਸੀ, ਪਰ ਉਹ ਬੇਬਸ ਸੀ। ਅਖੀਰ ਸਮਝੌਤਾ ਜਿਹਾ ਕਰਦਿਆਂ ਕਿ ਚਲੋ ਜਿਵੇਂ ਚੱਲਦਾ ਹੈ ਚੱਲੀ ਜਾਣ ਦਿਓ। ਉਹਨੇ ਦ੍ਰਿੜ ਨਿਸ਼ਚਾ ਕੀਤਾ ਕਿ ਉਹ ਆਪਣੇ ਪੁੱਤਰ ਸੁਰੇਸ਼ ਨੂੰ ਕਾਫੀ ਸਾਰਾ ਪੜ੍ਹਾਵੇਗਾ, ਉਹਨੂੰ ਕੋਈ ਚੰਗੀ ਨੌਕਰੀ ਮਿਲੇਗੀ ਅਤੇ ਫਿਰ ਉਹ ਇਹਨਾਂ ਜਜਮਾਨਾਂ ਦੇ ਘਰਾਂ ਤੋਂ ਛੁਟਕਾਰਾ ਪਾ ਲਵੇਗਾ, ਪਿੰਡੋਂ ਹੀ ਨਿਕਲ ਜਾਵੇਗਾ। ਉਹਦੇ ਆਪਣੇ ਵਾਂਗ ਬ੍ਰਾਹਮਣੀ ਨਰਕ ਨਹੀਂ ਭੋਗੇਗਾ। ਉਹਨਾਂ ਕੋਲ ਜ਼ਮੀਨ ਨਹੀਂ ਸੀ, ਜਦੋਂ ਕਿ ਪਿੰਡ ਵਿੱਚ ਹੋਰ ਬ੍ਰਾਹਮਣਾਂ ਦੇ ਘਰਾਂ ਕੋਲ ਜ਼ਮੀਨਾਂ ਸਨ। ਕਿਸੇ ਕੋਲ ਥੋੜ੍ਹੀ, ਕਿਸੇ ਕੋਲ ਬਹੁਤੀ। ਤਰਸੇਮ ਦਾ ਪਿਤਾ ਹਿੰਦੀ ਪੜ੍ਹਿਆ ਹੋਇਆ ਸੀ। ਹਿੰਦੀ ਦੀ ਪੜ੍ਹਾਈ ਉਹਨੇ ਆਲਾ ਸਿੰਘ ਵਾਲਾ ਦੇ ਰਿਸ਼ੀਕੂਲ ਸਕੂਲ ਵਿੱਚੋਂ ਕੀਤੀ। ਉੱਥੇ ਹੀ ਪੱਤਰਾਂ ਵਾਚਣ ਲੱਗ ਪਿਆ। ਫੇਰ ਤਾਂ ਪਿੰਡ ਵਿੱਚ ਉਹਦੀ ਵੱਡੀ ਕਮਾਈ ਸੀ। ਪਿੰਡ ਦੀਆਂ ਬੁੜੀਆਂ ਉਹਦੀਆਂ ਪੱਕੀਆਂ ਗਾਹਕ ਸਨ। ਘਰ ਵਿੱਚ ਪੱਤਰਾਂ ਵੇਖਦਾ, ਜੱਟਾਂ ਦੇ ਘਰ ਜਾ ਕੇ ਵੀ।
ਦਾਣਿਆਂ ਦੇ ਢੇਰ ਲੱਗੇ ਰਹਿਣੇ, ਗੁੜ, ਘਿਓ, ਦੁੱਧ, ਖੱਦਰ ਦੇ ਟੋਟੇ, ਬਹੁਤ ਕਮਾਈ ਸੀ ਤਰਸੇਮ ਦੇ ਪਿਤਾ ਪੰਡਤ ਬਾਲਕ ਰਾਮ ਨੂੰ। ਪੰਡਤ ਬਾਲਕ ਰਾਮ ਨੇ ਆਪਣੇ ਪੁੱਤਰ ਤਰਸੇਮ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਕਿ ਉਹਨੂੰ ਵਿਰਾਸਤ ਵਿੱਚ ਜੰਤਰੀ ਨਹੀਂ ਦਿੱਤੀ, ਪਰ 10ਵੀਂ ਜਮਾਤ ਤੱਕ ਪੜ੍ਹਾ ਦਿੱਤਾ। ਉਹ ਕਾਲ ਨਾਲ ਭਗਵਾਨ ਸਿੰਘ ਦੇ ਘਰ ਅੱਗਿਓਂ ਵਾਪਸ ਮੁੜ ਆਇਆ। ਹੌਲੀ ਹੌਲੀ ਤੁਰਦਾ ਦਰਵਾਜ਼ੇ ਵਿੱਚ ਆ ਕੇ ਮੰਜੇ ਉੱਤੇ ਪੈ ਗਿਆ। ਹੁਣ ਉਹ ਚਾਹੁੰਦਾ ਸੀ ਕਿ ਸੀਤੋ ਉਹਦੇ ਲਈ ਘਰੇ ਹੀ ਰੋਟੀ ਪਕਾ ਦੇਵੇ ਤੇ ਉਹ ਖਾ ਲਵੇ। ਵਿਆਹ ਦੀ ਰੋਟੀ ਦਾ ਕੀ ਖਾਣਾ, ਉਹ ਤਾਂ ਮੰਗਤਿਆਂ ਵਾਲੀ ਰੋਟੀ ਹੈ। ਕੁੱਤੇ ਜਿਵੇਂ ਝੂਠ ਉੱਤੇ ਲੜ ਰਹੇ ਸਨ, ਲਾਗੀਆਂ ਲਈ ਵੀ ਉਹ ਝੂਠ ਹੀ ਹੈ। ਝੂਠ ਤਾਂ ਹੈ, ਹੋਰ ਕੀ ਹੈ। ਮੇਲ ਗੇਲ ਦੇ ਖਾਣ ਪਿੱਛੋਂ ਬਚੀ ਹੋਈ ਰੋਟੀ ਦੇਣਗੇ ਲਾਗੀਆਂ ਨੂੰ, ਬਹੁਤ ਵੱਡਾ ਅਹਿਸਾਨ ਕਰਨਗੇ। ਲਾਗੀ ਭਰਮ ਪਾਲ ਰਹੇ ਨੇ ਕਿ ਇਹ ਰੋਟੀ ਉਹਨਾਂ ਦਾ ਹੱਕ ਹੈ। ਮਾਂ ਜਾਇਦਾਦ ਵੰਡਾਉਣ ਗਈ ਹੈ, ਅਖੇ ਜਜਮਾਨ ਆਪਣੀ ਜਾਇਦਾਦ ਨੇ ਭਾਈ, ਚਟਣੀ ਬਚੀ ਨਹੀਂ ਪਈ। ਤਰਸੇਮ ਨੇ ਉੱਚਾ ਬੋਲ ਕੱਢ ਕੇ ਸੀਤੋ ਨੂੰ ਪੁੱਛਿਆ। ਹੋਣੀ ਐ, ਦੇਖਦੀ ਆਂ, 2 ਰੋਟੀਆਂ ਲਾ ਦੇ ਮੈਨੂੰ, ਚਟਣੀ ਨਾਲ ਖਾ ਲੈਣਾ, ਬੇਬੇ ਦਾ ਕੀ ਪਤਾ। ਚੰਗਾ ਜੀ, ਬਸ ਉੱਠਦੀ ਆਂ। ਸੀਤੋ ਨੇ ਚੁੱਲ੍ਹੇ ਅੱਗ ਬਾਲ ਲਈ ਸੀ ਜਦੋਂ ਨੂੰ ਬੇਬੇ ਚੁੱਪ ਚਪੀਤੀ ਜਹੀ ਦਰਵਾਜ਼ੇ ਵਿੱਚ ਆ ਖੜੀ। ਥਾਲੀ ਪੋਣੇ ਨਾਲ ਢਕੀ ਹੋਈ ਸੀ। ਉਹ ਤਰਸੇਮ ਵੱਲ ਝਾਕਣ ਲੱਗੀ। ਉਹ ਪੈਠ ਕਰੀ ਪਿਆ ਹੋਇਆ ਸੀ, ਪਰ ਉਹਨੂੰ ਬੇਬੇ ਆਈ ਦਾ ਪਤਾ ਲੱਗ ਗਿਆ। Please like, share and subscribe.